ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਆਪਾਂ ਅੱਜ ਨਵਾਂ ਟੌਪਿਕ ਸ਼ੁਰੂ ਕਰਨਾ ਹੈ ਇੰਟੀਗ੍ਰੇਟਿੰਗ ਫੈਕਟਰ ਬਾय ਇੰਸਪੈਕਸ਼ਨ। ਜਿਹੜੇ ਪਹਿਲਾ ਇਸ ਤੋਂ ਲਾਸਟ ਲੈਕਚਰ ਕੀਤਾ ਸੀਗਾ ਉਹਦੇ ਚ ਆਪਾਂ ਨੇ ਇੰਟੀਗ੍ਰੇਟਿੰਗ ਫੈਕਟਰ ਕੱਢੇ ਸੀਗੇ ਜੀ, ਜਿਵੇਂ mdx plus ndy equal to 0 ਹੈ। ਤਾਂ ਇਹਦੇ ਵਿੱਚ ਟਾਈਪ ਕੀਤੀ ਪਹਿਲੀ ਟਾਈਪ ਸੀਗੀ, ਜੇ ਇਹ ਆਪਣੇ ਕੋਲ ਹੋਮੋਜੀਨੀਅਸ ਹੈ ਤਾਂ ਜਿਹੜਾ ਇੰਟੀਗ੍ਰੇਟਿੰਗ ਫੈਕਟਰ ਹੋਊਗਾ ਉਹ 1/mx plus ny ਹੋਊਗਾ। ਇਹ ਪ੍ਰੋਪਰ ਟਾਈਪਾਂ ਬਣਾ ਕੇ ਆਪਾਂ ਫਿਰ ਪ੍ਰੋਪਰ ਕੱਢੇ ਸੀ। ਇਸ ਕੇਸ ਚ ਆ ਹੋਊਗਾ, ਇਸ ਟਾਈਪ ਚ ਆ ਹੋਊਗਾ, ਇਸ ਟਾਈਪ ਚ ਆ ਹੋਊਗਾ। ਪਰ ਇੱਥੇ ਆਪਾਂ ਇਦਾਂ ਨਹੀਂ ਕੱਢਣੇ ਹੈਗੇ, ਬਾय ਇੰਸਪੈਕਸ਼ਨ ਮਤਲਬ ਦੇਖ ਕੇ ਕੱਢਣੇ ਆ। ਮਤਲਬ ਆ ਸਟੇਟਮੈਂਟ ਆ ਕੋਈ, ਜਿਵੇਂ ਆ ਸਟੇਟਮੈਂਟ ਆ x dy minus y dx plus x square y square dy equal to 0। ਇਹ ਡਿਫਰੈਂਸ਼ੀਅਲ ਇਕੁਏਸ਼ਨ ਆ ਜੀ। ਇਹਨੂੰ ਬਿਨਾ ਦੇਖ ਕੇ ਦੱਸਣਾ ਆਪਾਂ ਨੇ। ਇੰਸਪੈਕਸ਼ਨ ਹੋਗਾ ਕਿ ਦੇਖ ਕੇ ਹੀ ਆਪਾਂ ਦੱਸਣਾ ਕਿ ਇਸ ਕੇਸ ਇੰਟੀਗ੍ਰੇਟਿੰਗ ਫੈਕਟਰ ਕੀ ਹੋਊਗਾ। ਆ ਕੰਪੇਅਰ ਨਹੀਂ ਕਰਨੀ, ਇਹ ਟਾਈਪ ਆ ਨਹੀਂ ਲਾਉਣੀ ਹੈਗੀ ਕਿ ਦੇਖ ਕੇ ਆਪਾਂ ਕਿਵੇਂ ਕੱਢਾਂਗੇ। ਇੰਸਪੈਕਸ਼ਨ ਹੋਗਾ ਕਿ ਦੇਖ ਕੇ ਕੱਢਣੇ ਆ। ਤਾਂ ਇਹਦੇ ਵਾਸਤੇ ਕੁਝ ਰੂਲ ਨੇ, 3 ਰੂਲ ਨੇ ਬਸ ਮੇਨ ਇਹਦੇ ਵਿੱਚ। ਉਹ ਹੈ ਕਿ ਜੇ ਆਪਣੇ ਕੋਲ ਕਿਸੇ ਡਿਫਰੈਂਸ਼ੀਅਲ ਇਕੁਏਸ਼ਨ ਦੇ ਵਿੱਚ ਇਦਾਂ ਦੀ ਟਾਈਪ ਮਿਲ ਜੇ, ਕਿਸੇ ਡਿਫਰੈਂਸ਼ੀਅਲ ਇਕੁਏਸ਼ਨ ਵਿੱਚ ਆਹ ਟਾਈਪ ਪਈ ਹੋਵੇ ਜੀ, ਫਿਰ ਇਸ ਕੇਸ ਕੀ ਹੋਊਗਾ ਆਪਣੇ ਕੋਲ ਬਾय ਇੰਸਪੈਕਸ਼ਨ ਸਿੱਧੇ ਬਣਾਏ ਹੋਏ ਨੇ ਆਪਾਂ ਨੇ। ਜਿਹੜਾ ਇੰਟੀਗ੍ਰੇਟਿੰਗ ਫੈਕਟਰ ਹੋਊਗਾ ਇਸ ਕੇਸ 'ਚ ਇਹ 1/x² ਹੋਊਗਾ। ਹੁਣ ਇਹ ਪਤਾ ਆਪਾਂ ਨੂੰ ਜੇ ਇੰਟੀਗ੍ਰੇਟਿੰਗ ਫੈਕਟਰ ਨੂੰ ਆਪਾਂ ਇਹਦੇ ਨਾਲ ਮਲਟੀਪਲਾਈ ਕਰਾਂਗੇ ਇਹ ਐਗਜ਼ੈਕਟ ਬਣ ਜਾਏਗੀ। ਐਗਜ਼ੈਕਟ ਦਾ ਮਤਲਬ ਕੀ ਹੈਗਾ ਕਿ ਇਹ ਵਾਲੀ ਜਿਹੜੀ ਡਿਫਰੈਂਸ਼ੀਅਲ ਇਕੁਏਸ਼ਨ ਹੈ ਇਹਨੂੰ ਕਿਸੇ ਦਾ ਟੋਟਲ ਡੈਰੀਵੇਟਿਵ ਲਿਖ ਸਕਦੇ ਹਾਂ, ਕਿਸੇ ਦਾ ਆਪਾਂ ਟੋਟਲ ਡੈਰੀਵੇਟਿਵ ਲਿਖ ਸਕਦੇ ਹਾਂ। ਕਿਵੇਂ ਦੇਖੋ, ਮੈਂ ਰਫ ਚ ਕਰ ਰਿਹਾ ਇਧਰਲੇ ਪਾਸੇ। ਜਦੋਂ ਆਪਾਂ ਮਲਟੀਪਲਾਈ ਕੀਤਾ ਕੀ ਬਣੂਗਾ ਜੀ, x dy minus y dx upon x² ਬਣੇਗਾ। ਫਿਰ ਇਹ ਐਗਜ਼ੈਕਟ ਬਣ ਜਾਏਗੀ ਬਿਕੋਜ਼ ਇਹ ਡੈਰੀਵੇਟਿਵ ਆਫ y upon x, ਇਹ ਡੈਰੀਵੇਟਿਵ y upon x ਬਣ ਜਾਊਗਾ। ਮਤਲਬ x ਐਜ਼ ਇਟ ਇਜ਼ ਡੈਰੀਵੇਟਿਵ y minus y ਡੈਰੀਵੇਟਿਵ x upon x² ਬਣ ਜਾਏਗਾ। ਤਾਂ ਜੇ ਇਦਾਂ ਦੀ ਟਾਈਪ ਮਿਲ ਗਈ, ਜੇ ਆਪਾਂ ਇੰਟੀਗ੍ਰੇਟਿੰਗ ਫੈਕਟਰ ਆ ਮੰਨ ਲਈਏ, ਇਹਨਾਂ ਮਲਟੀਪਲਾਈ ਕਰ ਦਈਏ, ਫਿਰ ਇਹ ਟਰਮ ਜਿਹੜੀ ਹੈਗੀ ਆ ਉਹ ਐਗਜ਼ੈਕਟ ਬਣ ਜਾਏਗੀ। ਇਹਦੇ ਵਿੱਚ ਇੰਟੀਗ੍ਰੇਟਿੰਗ ਫੈਕਟਰ ਇਸ ਟਾਈਪ ਦੇ ਵਿੱਚ 1/y² ਵੀ ਆ ਸਕਦਾ। ਉਹਦੇ ਨਾਲ ਕੀ ਬਣੂਗਾ, ਫਿਰ ਇਹ ਬਣ ਜਾਏਗਾ x dy minus y dx upon y²। ਤਾਂ ਗੌਰ ਨਾਲ ਦੇਖੋ ਜੀ, ਇਹ ਬਣੇਗਾ ਡੈਰੀਵੇਟਿਵ ਆਫ -x upon y। ਕਿਉਂ? ਪਹਿਲਾ ਆ ਟਰਮ ਬਣੇਗੀ ਜੀ, ਪਹਿਲਾਂ y ਐਜ਼ ਇਟ ਇਜ਼ ਡੈਰੀਵੇਟਿਵ -x ਕੀ ਹੋਊਗਾ -dx, ਅੱਗੇ ਨੈਗੇਟਿਵ ਨੈਗੇਟਿਵ ਪੋਜ਼ਿਟਿਵ ਹੋ ਜਾਊਗਾ ਜੀ, ਪਲੱਸ ਆ ਜਾਏਗਾ x dy ਬਣ ਜਾਏਗਾ। ਇਹ ਚੈੱਕ ਕਰ ਲਿਓ ਚਾਹੇ। ਤਾਂ ਆ ਵੀ ਇੰਟੀਗ੍ਰੇਟਿੰਗ ਫੈਕਟਰ ਹੋ ਸਕਦਾ ਹੈਗਾ ਬਾय ਇੰਸਪੈਕਸ਼ਨ, ਕਿਉਂਕਿ ਇਹਨੂੰ ਮਲਟੀਪਲਾਈ ਕਰਾਂਗੇ ਤਾਂ ਵੀ ਡੈਰੀਵੇਟਿਵ ਬਣ ਗਿਆ। ਆ ਵੀ ਹੋ ਸਕਦਾ ਜੀ 1/xy। ਮਲਟੀਪਲਾਈ ਕਰੀਏ ਆਪਾਂ ਨੂੰ, ਇਹ ਬਣੇਗਾ x dy minus y dx upon xy। ਤਾਂ ਇਹ ਬਣ ਗਿਆ ਡੈਰੀਵੇਟਿਵ, ਦੇਖ ਲਿਓ ਧਿਆਨ ਨਾਲ, log ਮੋਡ ਤੋਂ ਬਗੈਰ ਹੀ ਲਿਖ ਰਿਹਾ, ਮੋਡ ਤੋਂ ਬਗੈਰ ਪਾ ਰਿਹਾ x upon y। ਇਹਦਾ ਡੈਰੀਵੇਟਿਵ ਬਣ ਜਾਏਗਾ। ਮੇਰੇ ਡੈਰੀਵੇਟਿਵ ਕਿਵੇਂ ਬਣੂਗਾ ਜੀ, ਬਣਾ ਕੇ ਦਿਖਾ ਰਿਹਾ ਜੀ। ਇਹਦਾ ਡੈਰੀਵੇਟਿਵ ਕੀਤਾ ਕਿੰਨਾ ਆਊਗਾ, ਇਹ ਬਣਾ ਕੇ ਦਿਖਾ ਰਹੇ ਕੀ। ਪਰ log ਦਾ ਕਿੰਨਾ ਹੁੰਦਾ 1/x, log x ਦਾ। ਫਿਰ ਡੈਰੀਵੇਟਿਵ x ਦਾ ਕਰਾਂਗੇ, x upon y ਦਾ ਡੈਰੀਵੇਟਿਵ ਫਿਰ ਹੋਊਗਾ। ਇਹ ਲੱਗੂ ਕੋਸ਼ੈਂਟ ਰੂਲ y dx minus x dy upon y²। ਇਹ y ਕੱਢ ਦੇਗਾ ਜੀ, ਆਹੀ ਡੈਰੀਵੇਟਿਵ ਬਣ ਜਾਏਗਾ। ਆਪਣਾ ਕੰਮ ਕੀ ਆ, ਆਪਾਂ ਨੇ ਇਹ ਗੱਲ ਧਿਆਨ ਰੱਖਣੀ ਆ, ਜੇ ਇਹ ਵਾਲੀ ਟਾਈਪ ਆ ਗਈ ਤਾਂ ਉਹਦੇ ਇੰਟੀਗ੍ਰੇਟਿੰਗ ਫੈਕਟਰ ਆ ਹੋਣਗੇ। ਇਹ ਕਿਉਂ ਹੋਣਗੇ, ਬਿਕੋਜ਼ ਇਹਦੇ ਨਾਲ ਮਲਟੀਪਲਾਈ ਕਰਾਂਗੇ ਤਾਂ ਸਾਰੀਆਂ ਐਗਜ਼ੈਕਟ ਬਣ ਰਹੀਆਂ ਨੇ। ਤੇ ਆਪਾਂ ਯਾਦ ਕੇ ਰੱਖਣਾ, ਜੇ ਇਹਦੇ ਨਾਲ ਮਲਟੀਪਲਾਈ ਕਰਾਂਗੇ ਤਾਂ ਇਹ ਡੈਰੀਵੇਟਿਵ ਕਿਹਦਾ ਬਣੇਗਾ, ਇਹ ਗੱਲ ਧਿਆਨ ਰੱਖਣੀ ਹੈ। ਇਹਦੇ ਨਾਲ ਮਲਟੀਪਲਾਈ ਕਰਾਂਗੇ ਡੈਰੀਵੇਟਿਵ ਇਹ ਕਿਹਦਾ ਬਣੇਗਾ, ਇਹ ਕਿਹਦਾ ਬਣੇਗਾ। ਜੇ ਤੁਹਾਨੂੰ ਭੁੱਲ ਵੀ ਜਾਓ, ਤੁਹਾਨੂੰ ਜੇ ਬਣਾਉਣਾ ਆਉਂਦਾ ਡੈਰੀਵੇਟਿਵ ਤੇ ਬਣਾ ਕੇ ਚੈੱਕ ਕਰ ਸਕਦੇ ਹੋ ਕਿ ਸਹੀ ਆ ਰਿਹਾ। ਇਹ ਆਪਾਂ ਧਿਆਨ ਰੱਖਣਾ। ਇੱਕ ਹੋਰ ਹੋ ਸਕਦਾ ਇਹਦਾ
1/x² प्लस y स्क्वायर क्या हो सकता ਹੁਣ ਇਹ ਥੋੜਾ ਦੇਖਣਾ ਆਪਾਂ ਨੇ ਇਹ ਹੈ x dy माइनस वाई डी एक्स अपॉन एक्स स्क्र प्लस वाई स्क्र ये बनेगा डेरिवेटिव tan इनवर्स एक्स अपॉन वाई का ये हुण ध्यान रखना ये इदां बनेगा हुण ये क्यों बनेगा आप डेरिवेटिव चेक कर सकते हैं आ चीज आ जाऊगी आंसर वो किवें ये डेरिवेटिव tan का कितना हुंदा tan इनवर्स का 1 अपॉन एक्स स्क्र ਇਹਦਾ स्क्र आऊगा ये चेक कर रहा है कि बनता कि नहीं बनता उस तो बाद ਇਹਦਾ ਡੈਰੀਵੇਟਿਵ ਕਰਾਂਗੇ ਆਪਾਂ ਅੰਦਰ ਕੋਸ਼ੈਂਟ ਰੂਲ ਲਾ ਕੇ y dx ਮਾਈਨਸ x dy upon y स्क्वायर ਇਹਦਾ ਐਲਸੀਐਮ ਲੈ ਲਿਓ ਜੀ ਐਲਸੀਐਮ ਲਵਾਂ ਕਿੰਨਾ ਆਊਗਾ y स्क्वायर आ जाएगा ਇਹ ਕੱਢ ਦੂਗਾ ਜੀ ਇਹ ਉਹੀ ਚੀਜ਼ ਬਣ ਗਈ ਥੋੜਾ ਉਲਟਾ ਆ ਗਿਆ ਇਹ ਵੀ ਥੋੜਾ ਉਲਟਾ ਬਣਿਆ ਜੀ ਇੱਥੇ y upon x ਆਊਗਾ ਜੀ ਇਹ ਠੀਕ ਕਰ ਲਿਓ और डेरिवेटिव गलत लिखा गया पहला आना एक्स डी वाई सेम नहीं बनया जी ये बनया जी एक्स डी वाई माइनस वाई डी एक्स बन जाएगा हुण ये भी ठीक है भी वाई अपॉन एक्स ही आऊगा जी क्योंकि फिर ये बनेगा एक्स डी वाई माइनस वाई डी एक्स हुण ठीक है जी कि y अपॉन x बनेगा डायरेक्ट करके आप चेक कर ये सेम नहीं बन रहा इदा आप चेक कर सकते गलत आ रहा कि सही आ रहा तो ਇਹਦੇ ਵਾਸਤੇ ਇਹਨੂੰ ਦੇਖ ਕੇ ਬਾय इंस्पेक्शन लाइन सीधा ला लो ਇਹ ਟਰਮ ਦੇਖ ਕੇ ਆਪਣੇ ਦਿਮਾਗ 'ਚ ਸਿੱਧੇ ਇਹ ਚਾਰ ਫਾਰਮੂਲੇ ਆਉਣੇ ਚਾਹੀਦੇ ਕਿ ਆ ਹੋਊਗਾ ਇੰਟਰਸੈਕਟ ਫੈਕਟਰ ਆ ਹੋਊਗਾ ਜਾਂ ਆ ਹੋਊਗਾ ਜਾਂ ਆ ਹੋਊਗਾ ਇਹ ਚਾਰਾਂ 'ਚੋਂ ਕੋਈ ਇੱਕ ਇਹਦਾ ਇੰਟਰਸੈਕਟ ਫੈਕਟਰ ਹੋਊਗਾ ਇਹ ਚਾਰਾਂ 'ਚੋਂ ਲਾਉਣਾ ਕਿਹੜਾ ਹੈਗਾ ਆਪਾਂ ਦੇਖਾਂਗੇ ਨਿਊਮੈਰੀਕਲ ਫਿਲਹਾਲ ਤੁਸੀਂ ਇਹ ਯਾਦ ਰੱਖਣਾ कि बाय इंस्पेक्शन इनू देख के इन्हें इंस्पेक्ट करके देख के अपने दिमाग 'ਚ चार गल्लां आउणगियां जे चार गल्लां आ रही जे आ लवांगे तो डेरिवेटिव आह बनूगा जे आ लओगे डेरिवेटिव आ बनेगा जे आह लओगे तो आ बनेगा जे आ लओगे तो आ बनेगा ये भी अपने ध्यान रखना उस तो बाद टाइप फर्स्ट आ हुण टाइप सैकेंड आ जी जे अपने कोल एक्स डी वाई प्लस वाई डी एक्स हो गई इदा ही टर्म आपको मिल जाए स्टेटमेंट तो इंटरसैक्ट फैक्टर की होगा वो ध्यान रखो तो इस केस च आप इंटरसैक्ट फैक्टर हैगा वो 1/x/y की पावर लवांगे जिहड़ी मर्जी पावर जिन्नी मर्जी पावर वो पावर लैनी किहड़ी आ 1 पावर लैनी है कि 2 पावर लैनी है कि 3 पावर लैनी है किवें डिसाइड करांगे ये स्टेटमेंट देख के आप डिसाइड करांगे न्यूमेरिकल करांगे फिर लग जाओ पता न्यूमेरिकल करांगे आप हुण देखो ये पावर लैनी है पहला केस लै रहे हैं इहदे विच ही है जे मान लो पावर 1 हुई दूजा केस आ जे पावर 1 तो वड्डी हुई पावर 2 लैनी मान लो मतलब पावर 1 नाल मल्टीप्लाई किया तां की बनेगा ये एक्स डी वाई वाई डी एक्स अपॉन एक्स वाई ये डेरिवेटिव किहदा बनेगा ये बनेगा डेरिवेटिव लॉग ऑफ एक्स वाई किवें ये होगा अपने को जो डेरिवेटिव करिए लॉग का पहला 1 अपॉन एक्स आ गया ਇਹਦਾ आ गया एक्स डी वाई प्रोडक्ट रूल आया पहला एक्स एज इट इज डेरिवेटिव वाई आ गया प्लस वाई एज इट इज डेरिवेटिव एक्स आ गया यही चीज बन गई जे स्केयर लवांगे आप मतलब एक्स डी वाई प्लस वाई डी एक्स अपॉन स्केयर लिया तो ये लॉग नहीं बनेगा जी ये तां अलग करवाया जे पावर 1 हैगी आ तां पक्का लॉग बनेगा जे कोई होर पावर हैगी आ 2 3 4 तो और वास्ते देखो कितना बनेगा ये बनेगा जी डेरिवेटिव ऑफ 1 अपॉन एक्स वाई ये चेक कर लो मूरे आऊगा नेगेटिव नेगेटिव चाहे बाहर पा लो चाहे अंदर पा लो कोई फर्क नहीं पड़ता नेगेटिव साइन इधर मर्जी पा लो क्यों ये बन गया अपने कोल
जे क्वेश्चन टू लाइए आप पहला की आऊगा माइनस बाहर पहला एक्स वाई आऊगा डेरिवेटिव 1 कितना हो गया 0 फिर माइनस पा के अगे 1 एज इट इज आ गया पहला फिर डेरिवेटिव कितना एक्स वाई का एक्स डी वाई प्लस वाई डी एक्स नीचे की आऊगा नीचे का होल स्क्वायर ये गौर ना चेक कर लो 0 हो गया ये माइनस माइनस प्लस बन जाएगा यही चीज बन जाएगी मतलब जे पावर 1 हैगी आ फिर लॉग बनेगा जे पावर स्केयर हैगी या फिर कुछ और बन जाएगा वो स्टेटमेंट ऊपर डिपेंड करेगा जी मतलब जे अपने कोल एक्स डी वाई प्लस वाई डी एक्स वाली फॉर्म पई होगी तो ਉਹਦੇ ਦਿਮਾਗ 'ਚ ਆਪਣੇ ਆਣਾ ਚਾਹੀਦਾ ਕਿ ਇੰਟਰੈਕਟਿਵ ਫੈਕਟਰ ਇਸ ਫਾਰਮ ਦਾ ਹੋਊਗਾ ਪਾਵਰ ਲੈਣੀ ਕਿੰਨੀ ਆਪਾਂ ਨੂਮੈਰੀਕਲ ਦੇਖਾਂਗੇ ਜੀ ਫਿਰ ਆਪਾਂ ਨੂੰ ਧਿਆਨ ਚਲੋ ਇੱਕ ਵਾਰੀ ਪਹਿਲਾਂ ਫਾਰਮੂਲੇ ਕਰ ਲਈ ਆਪਾਂ ਹੁਣ ਟਾਈਪ 3 ਜੇ ਆਪਣੇ ਕੋਲ x dx plus y dy ਇਹ ਫਾਰਮ ਪਈ x dx plus y dy ਤਾਂ ਇਹਦੇ ਵਿੱਚ ਜਿਹੜਾ ਇੰਟਰੈਕਟਿਵ ਫੈਕਟਰ ਹੈਗਾ ਉਹ 1 upon x square plus y square ਦੀ ਪਾਵਰ ਦੀ ਫਾਰਮ ਦਾ ਹੋਊਗਾ ਹੁਣ ਇਹਦੇ ਵਿੱਚ ਵੀ ਪਾਵਰ 1 ਹੋਵੇ लॉग बनेगा बाकी पावर वास्ते वो देखते हैं आप जे पावर 1 होवे पावर 1 फिर मल्टीप्लाई किया एक्स डी एक्स वाई डी वाई अपॉन एक्स स्क्वायर प्लस वाई स्क्वायर यह पक्का लॉग बनेगा ये बनेगा 1/2 लॉग एक्स स्क्वायर वाई स्क्वायर का डेरिवेटिव ये चेक कर सकते किवें 1/2 बाहर आ गया लॉग का कितना होंगे अपना 1 upon x अगे फिर डेरिवेटिव करांगे x का ये आऊगा 2x dx ये आऊगा 2y dy ये 2 कैंसिल हो जाएगा इन्हें कॉमन निकल के ते आही चीज बन जाएगी जे पावर कुछ होर होवे मान लो मैं इस केस च पावर 3 ले रहा 1 तो इलावा कोई होर पावर होवे 1 तो इलावा कोई होर पावर होवे तो इन्हू मल्टीप्लाई किया ये बन गया एक्स डी एक्स वाई डी वाई एक्स स्क्वायर प्लस वाई दी क्यूब आ गया फिर ये की बनेगा ये बनेगा डेरिवेटिव ऑफ माइनस पा लो -1/2 पा रहे हैं जी ये क्यों पा रहे लग जो पता 1 upon एक्स स्क्वायर प्लस वाई स्क्वायर का स्क्वायर ये कोई औखा नहीं कि -1/2 क्यों पाया इसमें ध्यान च आ जाऊगा दो तरीके ने करने के क्वेश्चन एक तो पिछे करवाया पिछड़ा कि क्वेश्चन टूल ला लो एक तरीका होर है जो पता हो चेक करना कि आंसर बनेगा बराबर एक तरीका है कि इनू तुसी पावर नू चक के उपर ले जाओ पावर चक के उपर ले गए इस तो बाद इत्थे आ गया -2 पावर फॉर्मूला ये आ गया एक्स स्क्वायर प्लस वाई स्क्वायर की पावर -3 इन्हों एक्स मान के डेरिवेटिव किया पहला -2 आऊगा एक्स की पावर -2 -1 -3 होगी फिर नाल आप एक्स का डेरिवेटिव करांगे ये कितना आऊगा 2x dx 2y dy ठीक है जी हुण लग जाना पता माइनस हाफ क्यों पाया सी मैं कि कट गया अपना आंसर ही बन गया पर 2 भी कटना तो माइनस हाफ नहीं कला माइनस ही आऊगा तो चेक कर लिया हूं मतलब ये प्रूफ पता होगा ना प्रूफ किवें करना तो ये आप बना सकते देखो माइनस क्यों पाया कला -1/4 सॉरी मैं आप डिसाइड कर सकते -1/4 क्यों पाया माइनस कहां पाया आप बनाना आंसर माइनस पाया जी जो माइनस माइनस प्लस बन जे 4 क्यों पाया एक 2 इथों निकलदा कॉमन एक आ 2 निकलू 2 to the 4 कैंसिल हो जाएगा ये सेम चीज है गौर ना देखो ये पावर नीचे आके पॉजिटिव हो रही है चीज बन जाएगी तो इथों देख के आप इंस्पैक्ट करना देखना कि ये इंटरैक्टिव फैक्टर इस फॉर्म का होगा पावर कितनी लैनी हैगी आ वो आप न्यूमेरिकल करते हैं तो डिसाइड हो जाएगा थोड़ी प्रॉब्लम यह है कि बुक च न्यूमेरिकल बहुत घट ने
इस करके मैं न्यूमेरिकल अपने वालों बना रहा है तां जो तुहानूं कंसैप्ट समझ आ जाए। ये गल ध्यान रखनी है कि जिहड़ा ये इंस्पैक्शन वाला मैथड आ हरेक वास्ते एप्लीकेबल नहीं है। सिर्फ 3 टाइपां कीतियां आपां ने, जे एक्स डी वाई माइनस वाई डी एक्स होवे, दूजा किता आपां ने एक्स डी वाई प्लस वाई डी एक्स होवे, तीजा किता आपां ने एक्स डी एक्स प्लस वाई डी वाई। सिर्फ 4 टाइपां जे होण तां ही बाय इंस्पैक्शन कर सकते हैं। ये थोड़ी डिसएडवांटेज है इस मैथड की कि ये टाइपां होण तां। जे तो आप स्पैशल क्या जिवें क्वेश्चन आ, मैं क्वेश्चन बता रहा बाय इंस्पैक्शन फाइंड इंटीग्रेटिंग फैक्टर ऑफ एक्स डी वाई माइनस वाई डी एक्स प्लस एक्स स्क्वायर वाई डी वाई इक्वल टू 0 एंड सॉल्व इट। जे तो आ वर्ड पाता उन्हें कि बाय इंस्पैक्शन फाइंड करो तो आ तरीका यही तरीका लाना अपना इंस्पैक्शन वाला। जे उन्होंने क्या है कि इंस्पैक्शन ना करो फिर इंटीग्रेटिंग फैक्टर जिस तरह मर्जी कर सकते हैं, इंस्पैक्शन भी कट सकते हैं ਜਾਂ जो टाइप आप अगे 5 कीतियां उदा भी कर सकते हैं जे लग रही है तो, अदरवाइज इंस्पैक्शन भी कर सकते जिस तरह मर्जी कर सकते हैं। हुण ध्यान दो ये आ टाइप मिल गई आपां नूं, जे यह टाइप मिल गई तो यह देखिए आपां ने इत्थों सॉल्व कर रहे हैं कि यह टाइप मिल गई। ये अपने को 4 प्रकार के इस टाइप 4 प्रकार के आपां ले सीगे, किहड़े-किहड़े सीगे, एक 1 अपॉन एक्स स्क्वायर होगा इंटीग्रेटिंग फैक्टर, एक 1 अपॉन वाई स्क्वायर होगा, एक 1 अपॉन एक्स वाई होगा, एक 1 अपॉन एक्स स्क्वायर प्लस वाई स्क्वायर। ये 4 प्रकार के इंटीग्रेटिंग फैक्टर आ सकते हैं। हुण जिहड़ी मेन गल दसनी सी इहदे विच कि आह मनना कि आह मनना कि आह मनना कि आह मनना, ये कित्थों डिसाइड करना। जो टर्म नाल पई हैगी आ उथों देख के आ डिसाइड करने, बाकी वाले इथों देख के आप डिसाइड करना हैगा, इथों देख के आप डिसाइड करना कि इन्हां विच जिहड़े इंटीग्रेटिंग फैक्टर ने 4 चों किहड़े-किहड़े लगणगे, ते इथों देख के आप डिसाइड करना है कि 4 चों लाउणा किहड़ा आपां। वो किवें, इंटीग्रेटिंग फैक्टर इदां लैणा आपां ने, जे इहदे नाल मल्टीप्लाई करिए जे डी वाई हैगा तां ओनली टर्म ऑफ वाई बचे, ओनली टर्म ऑफ वाई हो गए, क्योंकि डी वाई नाल जे वाई पिया तो आप सॉल्व कर सकते। जे इत्थे बाय चांस डी एक्स होवे तो इत्थे इकल्ली इंटीग्रेटिंग फैक्टर आप उहनूं लैणा हैगा कि इत्थे इकल्ला एक्स बचे, जिवें करदे हैं आप। मैं डी वाई लै रहा पहला, तो ये लग रहा हैगा कि इंटीग्रेटिंग फैक्टर आप आ मन्नीए पहले वाला, बाय इहदा लिखांगे बाय इंस्पैक्शन लैट कर लो इंटीग्रेटिंग फैक्टर हैगा ए 1 अपॉन एक्स स्क्वायर, फिर मल्टीप्लाई बोथ साइड ऑफ 1 बाय इंटीग्रेटिंग फैक्टर। इंटीग्रेटिंग फैक्टर मल्टीप्लाई करता आपने, जो मल्टीप्लाई किया कितना आ गया, इनू इकट्ठा पाना जी, तो इकट्ठा कर लिया, इनू मल्टीप्लाई किया, देखो ਇਹਦਾ फायदा की हो गया, ये कट गई, ये 0 रह गया। हुण ये कल्ली टर्म जिहड़ी है दूजी टर्म ये कल्ली वाई दे विच होनी चाहिए है, तां फायदा। ਇਹਦਾ फायदा की देखते हैं आप। चलो ये आपां हुणे कित्ता जी, फॉर्म बन जाए, ये बनूगा डेरीवेटिव ऑफ वाई अपॉन एक्स, इहनूं इदां ही रख लो, देखो ना फायदा की है। फिर आपां जो ये बन गई फिर आपां कर दांगे इंटीग्रेट बोथ साइड, फिर आप करांगे जी इंटीग्रेट, कला इंटीग्रेट करना विद रिस्पैक्ट टू नहीं क्या है, इंटीग्रेट बोथ साइड कर देनी है। जो इंटीग्रेट बोथ साइड किया आपने
कला इंटीग्रेशन करना जी, ये 0 ਦੀ इंटीग्रेशन C आ गई, इंटीग्रेट बोथ साइड करता ਆਪਾਂ ने। ਤਾਂ ਡੈਰੀਵੇਟਿਵ ਇੰਟੀਗ੍ਰੇਸ਼ਨ ਕੈਂਸਲ ਹੋਣਗੇ, ਇਹ y/x ਆ ਗਿਆ, ਧਿਆਨ ਰੱਖਣਾ ਡੈਰੀਵੇਟਿਵ। ਹੁਣ ਇਹਦੀ ਇੰਟੀਗ੍ਰੇਸ਼ਨ ਵਿਦ ਰਿਸਪੈਕਟ ਟੂ y ਕਰ ਸਕਦੇ ਕਿੰਨੀ ਆਊਗੀ ਜੀ, y²/2 = c, ਫਿਰ ਆਪਣਾ ਆਨਸਰ ਆ ਜਾਊਗਾ ਜੀ। ਜੇ ਬਾਏ ਚਾਂਸ ਜਿਵੇਂ ਆਹੀ ਕੁਐਸਚਨ ਇਦਾਂ ਕਿਉਂ ਕਿਹਾ ਸੀਗਾ, ਪਹਿਲਾਂ ਇੱਥੋਂ ਦੇਖ ਕੇ ਡਿਸਾਈਡ ਕਰਨਾ ਕਿ 4 ਬਣ ਗਏ ਡੈਰੀਵੇਟਿਵ, ਲੈਣਾ ਕਿਹੜਾ ਆਪਾਂ ਇੱਥੋਂ ਦੇਖ ਕੇ ਡਿਸਾਈਡ ਕਰਨਾ। ਇਹ ਕਿਉਂ ਕਿਹਾ ਕਿ ਇਹ ਚੀਜ਼ dy ਹੈਗੀ ਆ, ਟਰਮ ਕੱਲੀ y ਵਾਲੀ ਬਣੇ, ਇਹ ਕਿਉਂ ਕਹਿ ਰਹੇ ਆਪਾਂ। ਜੇ ਮੰਨ ਲਓ ਮੈਂ ਗਲਤੀ ਨਾਲ ਇੰਟਰੈਕਟਿਵ ਫੈਕਟਰ ਜਿਹੜਾ ਹੈਗਾ ਇਹ y² ਮੰਨ ਲਾਂ, y² ਆ ਗਿਆ, ਇੱਥੇ y² ਆ ਗਿਆ, ਇਹ ਡੈਰੀਵੇਟਿਵ ਬਣ ਜਾਊਗਾ, ਇਹ x/y ਬਣੇਗਾ, ਨੈਗੇਟਿਵ ਅੰਦਰ ਪਾ ਲਓ ਚਾਹੇ, ਇਹ ਬਣ ਗਿਆ, ਇਹ y² ਕੀਤਾ ਔਰ ਇਹ y² ਆ ਜਾਊਗਾ ਜੀ। ਜੇ ਅਸੀਂ ਨੋਟਸ ਬਣਾ ਰਹੇ ਹੋ ਤਾਂ ਇਹ ਗਲਤ ਵਾਲਾ ਵੀ ਉਤਾਰਨਾ, ਇਹ ਉਤਾਰ ਲਿਓ, ਇਹ ਤੁਹਾਨੂੰ ਲੱਗ ਜੇ ਪਤਾ ਕਿ ਇਹ ਕਿਉਂ ਨਹੀਂ ਮੰਨਣਾ। ਇਦਾਂ ਨਹੀਂ ਕਿ ਬਸ ਸਰ ਨੇ ਕਰਵਾਤਾ ਨਹੀਂ ਉਤਾਰਨਾ, ਇਹ ਉਤਾਰ ਲਿਓ ਨਾਲ, ਤਾਂ ਹੀ ਲੱਗੂ ਪਤਾ ਕਿ ਕਿਉਂ ਨਹੀਂ ਕਰਨਾ। ਇਹ ਕੱਟ ਗਿਆ y, ਇਹ ਕਿੰਨਾ ਬਚ ਗਿਆ, ਇੱਕ y ਕੱਟ ਗਿਆ, ਇਹ ਬਚ ਗਿਆ ਜੀ x²/y, ਇਹ ਬਚ ਗਿਆ x²/y। ਇਹਦੀ ਆਪਾਂ ਇੰਟੀਗ੍ਰੇਸ਼ਨ ਨਹੀਂ ਕਰ ਸਕਦੇ। ਹੁਣ ਤੁਸੀਂ ਕਹੋਗੇ ਜੀ ਇੰਟੀਗ੍ਰੇਸ਼ਨ ਕੀਤੀ ਹੋਈ ਹੈ ਪਹਿਲਾਂ ਆਪਾਂ ਨੇ, ਇਹਦੀ ਇੰਟੀਗ੍ਰੇਸ਼ਨ ਕਦੇ ਨਹੀਂ ਕੀਤੀ ਹੋਈ ਆਪਾਂ। ਜਿਹੜੀ ਆਪਾਂ ਪਿੱਛੇ ਇੰਟੀਗ੍ਰੇਸ਼ਨ ਪੜ੍ਹੀਆਂ ਨੇ ਉੱਥੇ ਸਪੈਸ਼ਲ ਲਿਖਿਆ ਹੁੰਦਾ ਸੀਗਾ ਕਿ y ਕਾਂਸਟੈਂਟ, ਜਿਹੜਾ ਆਪਾਂ ਇੰਟੀਗ੍ਰੇਸ਼ਨ ਐਮ ਕੀਤਾ ਇਹ ਚ ਜਿਹੜਾ y ਕਾਂਸਟੈਂਟ ਤਾਂ ਨਹੀਂ ਕਿਹਾ ਕਰਨ ਵਾਸਤੇ, y ਵੇਰੀਏਬਲ ਹੈ ਇਸ ਕੇਸ। ਹੁਣ x ਵੀ ਵੇਰੀਏਬਲ ਆ, y ਵੀ ਵੇਰੀਏਬਲ। ਹੁਣ x ਦਾ ਕੀ ਕਰੀਏ ਆਪਾਂ, x ਦਾ ਕੁਝ ਨਹੀਂ ਕਰ ਸਕਦੇ, ਇਹ ਕਿਹੜਾ ਕਾਂਸਟੈਂਟ ਮੰਨਣ ਵਾਸਤੇ ਕਿਹਾ ਉਹਨਾਂ ਨੇ, ਕਾਂਸਟੈਂਟ ਨਹੀਂ ਹੈ ਇਹਦੇ ਵਿੱਚ, ਕੱਲੀ ਆਪਾਂ ਇੰਟੀਗ੍ਰੇਸ਼ਨ ਬਹੁਤ ਸਾਈਡ, ਇੰਟੀਗ੍ਰੇਟ ਬਹੁਤ ਸਾਈਡ ਕੀਤਾ, ਤਾਂ ਇਹ x ਕਰਕੇ x ਵੇਰੀਏਬਲ, x ਦਾ ਕੁਝ ਨਹੀਂ ਹੋ ਸਕਦਾ, ਨਾ ਇਹ ਬਾਹਰ ਨਿਕਲ ਸਕਦਾ, ਇਸ ਕਰਕੇ ਇਹਦੀ ਇੰਟੀਗ੍ਰੇਸ਼ਨ ਅੱਗੇ ਨਹੀਂ ਹੋਣੀ ਹੈਗੀ। ਜੇ ਇੰਟੀਗ੍ਰੇਸ਼ਨ ਨਹੀਂ ਹੋਣੀ ਹੈਗੀ, ਕਿਉਂ ਪ੍ਰੋਬਲਮ ਆਈ ਆ, ਬਿਕੋਜ਼ dy ਦੇ ਨਾਲ ਜੇ ਕੱਲਾ y ਹੁੰਦਾ ਫਿਰ ਤਾਂ ਆਪਾਂ ਇੰਟੀਗ੍ਰੇਸ਼ਨ ਕਰ ਲਾਂਗੇ ਫਾਰਮੂਲਾ ਯੂਜ਼ ਕਰਕੇ, ਪਰ ਜੇ x ਆ ਗਿਆ ਉਹ x ਨੇ ਇਹਦੀ ਇੰਟੀਗ੍ਰੇਸ਼ਨ ਨਹੀਂ ਹੋਣ ਦੇਣੀ ਹੈਗੀ। ਤਾਂ ਆਪਾਂ ਕੀ ਕਰਨਾ ਹੈਗਾ, ਆਪਾਂ ਇੰਟਰੈਕਟਿਵ ਫੈਕਟਰ ਇਦਾਂ ਮੰਨਣਾ ਕਿ ਇਹ x ਵਾਲੀ ਟਰਮ dy ਚੋਂ ਖਤਮ ਹੋ ਜੇ, ਤਾਂ ਇੱਥੋਂ ਦੇਖ ਕੇ ਮੰਨਣਾ ਆਪਾਂ ਕਿ x ਵਾਲੀ ਟਰਮ ਜਿਹੜੀ ਹੈਗੀ dy ਚੋਂ ਖਤਮ ਹੋ ਜੇ। ਜਿਵੇਂ ਦੇਖੋ ਇਹ ਪਹਿਲਾ ਕੁਐਸਚਨ ਸੀ ਪਿੱਛੇ ਕੀਤਾ, ਹੁਣ ਦੂਜਾ ਕੁਐਸਚਨ ਕਰਵਾ ਰਹੇ ਹਾਂ। ਆਹ ਵਾਲਾ ਕੁਐਸਚਨ ਸਟੇਟਮੈਂਟ ਉਤਾਰ ਲਿਓ ਜੀ, ਇੱਥੇ x/y² ਹੋ ਗਏ। ਤੁਸੀਂ ਸੋਚੋ ਇਹਦਾ ਲੱਗ ਕੀ ਪਤਾ ਕਿ ਇਹ ਟਾਈਪ ਆ, ਇਹ ਟਾਈਪ ਦੇ ਵਿੱਚ ਇਹਨਾਂ ਚਾਰਾਂ ਵਿੱਚੋਂ ਕੋਈ ਨਾ ਕੋਈ ਇੱਕ ਬਣੇਗਾ। ਤੁਸੀਂ ਆਹ ਦਿਮਾਗ ਲਾਓ ਕਿਹੜਾ ਮੰਨੀ ਆਪਾਂ ਕਿ x ਕੈਂਸਲ ਹੋ ਜੇ, ਤਾਂ ਆਹ ਮੰਨਾਂਗੇ ਜੀ ਇਸ ਕੇਸ। ਪਹਿਲੇ ਚ ਇੰਟਰੈਕਟਿਵ ਫੈਕਟਰ ਆਊਗਾ 1/xy। ਅੱਗੇ ਸੋਲਵ ਕਰਦੇ ਹਾਂ ਸਾਰਾ। ਇੱਥੇ xy ਆ ਗਿਆ, ਇੱਥੇ xy²/xy ਆ ਗਿਆ, ਇਹ dy ਆ ਗਿਆ, 0 ਆ ਗਿਆ, ਇਹ x ਕੱਟ ਗਿਆ, y ਕੱਟ ਗਿਆ। ਇਹ ਬਣਾਇਆ ਸੀ ਆਪਾਂ ਨੇ, ਇਹ ਡੈਰੀਵੇਟਿਵ ਬਣਦਾ ਸੀ log xy ਦਾ, log y/xy, ਇਹ ਬਣਾਇਆ ਸੀ ਆਪਾਂ ਹੁਣੀ। ਤੇ ਇਹ ਦੇਖੋ y dy ਇੱਕ ਪਾਸੇ ਆ ਗਿਆ, ਫਿਰ ਆਪਾਂ ਇੰਟੀਗ੍ਰੇਟ ਬੋਥ ਸਾਈਡ ਕਰਤਾ, ਜੋ ਇੰਟੀਗ੍ਰੇਟ ਬੋਥ ਸਾਈਡ ਕਰਿਆ ਤਾਂ ਇਹ ਆ ਗਿਆ ਇੰਟੀਗ੍ਰੇਸ਼ਨ d ਡੈਰੀਵੇਟਿਵ log y/x ਪਲੱਸ ਇੰਟੀਗ੍ਰੇਸ਼ਨ y dy ਇਕੁਅਲ ਟੂ 0 ਦੀ ਇੰਟੀਗ੍ਰੇਸ਼ਨ ਕਾਂਸਟੈਂਟ ਆ ਗਈ। ਇਹ ਡੈਰੀਵੇਟਿਵ ਇੰਟੀਗ੍ਰੇਸ਼ਨ ਕੈਂਸਲ ਹੋ ਗਿਆ, ਇਹ ਬਣ ਗਿਆ log y/x, ਇਹਦੀ ਬਣ ਜਾਏਗੀ y²/2 ਇਕੁਅਲ ਟੂ c। ਇਹ ਆਪਣਾ ਆਨਸਰ ਆ ਜਾਏਗਾ।
ਤਾਂ ਇਹ ਦਿਮਾਗ ਨਾਲ ਦੇਖਣਾ ਆਪਾਂ ਨੇ ਕਿ ਕਿਹੜਾ ਮੰਨਣਾ ਹੈਗਾ। ਇੱਕ ਥੋੜੀ ਦੱਸਣਾ ਸੀ ਇਹ ਮੈਥਡ ਡਿਸਐਡਵਾਂਟੇਜ ਕੀ ਆ ਕਿ ਇਹ ਮੈਥਡ ਹਰੇਕ ਕਿਤੇ ਐਪਲੀਕੇਬਲ ਨਹੀਂ ਹੈਗਾ। ਮਤਲਬ x ਕਿਊਬ y ਕਿਊਬ ਆ ਜੀ, ਮੰਨ ਲਓ ਇਹ ਤੀਸਰਾ ਕੁਐਸਚਨ, ਇਹ ਹਰੇਕ ਕਿਤੇ ਐਪਲੀਕੇਬਲ ਨਹੀਂ ਹੈ, ਹਰੇਕ ਕੁਐਸਚਨ ਐਪਲੀਕੇਬਲ ਨਹੀਂ ਹੋਣਾ ਇਹ। ਤੁਸੀਂ ਜਿਹੜਾ ਮਰਜ਼ੀ ਮੰਨ ਲਓ, ਤੁਸੀਂ ਆਹ ਮੰਨੋਗੇ ਤਾਂ ਵੀ x ਖਤਮ ਨਹੀਂ ਹੋਣਾ ਹੈਗਾ, ਆਹ ਮੰਨੋਗੇ ਤਾਂ ਵੀ ਖਤਮ ਨਹੀਂ ਹੋਣਾ, ਆਹ ਮੰਨੋਗੇ ਤਾਂ ਵੀ ਖਤਮ ਨਹੀਂ ਹੋਣਾ, ਆਹ ਮੰਨੋਗੇ ਤਾਂ ਵੀ ਖਤਮ ਨਹੀਂ ਹੋਣਾ। ਤਾਂ ਇਸ ਕੁਐਸਚਨ ਨੂੰ ਬਾਏ ਇਨਸਪੈਕਸ਼ਨ ਆਪਾਂ ਸੋਲਵ ਨਹੀਂ ਕਰ ਸਕਦੇ। ਮਤਲਬ ਜਿਹੜੇ ਪੇਪਰ 'ਚ ਆਪਣਾ ਜਾਂ ਬੁੱਕ 'ਚ ਕੁਐਸਚਨ ਜਾਂ ਪੇਪਰ ਜਿਹੜੇ ਕੁਐਸਚਨ ਆਉਣਗੇ, ਪੇਪਰ ਦੇ ਕੁਐਸਚਨ ਉਹੀ ਆਉਣਗੇ ਜਿਹੜੇ ਬਾਏ ਇਨਸਪੈਕਸ਼ਨ ਸੋਲਵ ਹੋ ਰਹੇ ਨੇ। ਇਦਾਂ ਨਹੀਂ ਹੈ ਕਿ ਤੁਹਾਨੂੰ ਕਿਹਾ ਆਹ ਕੁਐਸਚਨ ਤੁਹਾਨੂੰ ਕਹਿਤਾ ਕਿ ਬਾਏ ਇਨਸਪੈਕਸ਼ਨ ਸੋਲਵ ਕਰੋ, ਇਹ ਬਾਏ ਇਨਸਪੈਕਸ਼ਨ ਸੋਲਵ ਨਹੀਂ ਹੋ ਰਿਹਾ ਹੈਗਾ। ਤਾਂ ਬਾਏ ਇਨਸਪੈਕਸ਼ਨ ਜਿਹੜਾ ਕੁਐਸਚਨ ਸੋਲਵ ਹੋਊਗਾ ਤੁਹਾਨੂੰ ਉਹੀ ਪੇਪਰ 'ਚ ਆਊਗਾ ਜੀ। ਇੱਕ ਗੱਲ ਹੋਰ ਧਿਆਨ ਰੱਖਣੀ ਹੈ, ਨੂਮੈਰੀਕਲ ਦੇ ਵਿੱਚ ਇਦਾਂ ਨਹੀਂ ਹੈ ਕਿ ਨੂਮੈਰੀਕਲ ਜਿਹੜੇ ਆਪਾਂ ਤੁਸੀਂ ਹੋਮਵਰਕ 'ਚ ਕਰ ਰਹੇ ਹੈਗੇ ਜਾਂ ਬੁੱਕ 'ਚ ਗਿਵਨ ਨੇ ਉਹੀ ਪੇਪਰ 'ਚ ਆਉਣਗੇ। ਕੰਸੈਪਟ ਬੁੱਕ ਵਾਲਾ ਹੀ ਆਊਗਾ, ਨੂਮੈਰੀਕਲ ਡਿਫਰੈਂਟ ਪੇਪਰ 'ਚ ਆ ਸਕਦਾ, ਕਿਸੇ ਹੋਰ ਬੁੱਕ 'ਚ ਵੀ ਨੂਮੈਰੀਕਲ ਪੇਪਰ 'ਚ ਆ ਸਕਦਾ, ਇਹ ਗੱਲ ਧਿਆਨ ਰੱਖਣੀ ਹੈ। ਚਲੋ ਹੁਣ ਇਹ ਆ ਗਿਆ, ਹੁਣ ਇਹ ਟਾਈਪ ਦੇ ਵੀ ਆਪਾਂ ਕੁਐਸਚਨ ਕਰ ਲੈਣੇ ਤੇ ਤੁਹਾਨੂੰ ਆਈਡੀਆ ਹੋ ਜਾਊਗਾ ਕਿ ਕਿਵੇਂ ਕਿਵੇਂ ਕਰਨੇ ਨੇ। ਇਹ ਹੈ ਜੀ ਕੁਐਸਚਨ, ਚੌਥਾ ਕੁਐਸਚਨ ਕਰ ਰਹੇ ਹਾਂ। ਬਾਈ ਇਨਸਪੈਕਸ਼ਨ ਸੋਲਵ ਕਰਨਾ ਆਪਾਂ ਨੇ। x dy y dx plus x square y square x square y x cube कर लो, x cube y square dx equal to 0। ਹੁਣ ਦੇਖੋ ਇੱਥੋਂ ਦੇਖ ਕੇ ਡਿਸਾਈਡ ਕੀਤਾ ਆਪਾਂ ਨੇ, ਇੱਥੋਂ ਆਂਸਰ ਸਟਾਰਟ ਕਰ ਰਹੇ ਹਾਂ ਕਿ ਬਾਏ ਇਨਸਪੈਕਸ਼ਨ ਜੋ ਇੰਟੈਗ੍ਰਿਟੀ ਫੈਕਟਰ ਹੈ ਉਹ ਕਿੰਨਾ ਹੋਊਗਾ, 1/xy ਦੀ ਪਾਵਰ ਹੋਊਗੀ ਸਮਥਿੰਗ। ਹੁਣ ਪਾਵਰ ਕਿੱਥੋਂ ਡਿਸਾਈਡ ਕਰਨੀ ਆ, ਪਾਵਰ ਕਿੰਨੀ ਹੋਊਗੀ ਇੱਥੋਂ ਦੇਖ ਕੇ ਡਿਸਾਈਡ ਕਰਨੀ ਆ ਕਿ ਪਾਵਰ ਇਦਾਂ ਸਪੋਜ਼ ਕਰਨੀ ਕਿ ਜਦੋਂ ਆਪਾਂ ਮਲਟੀਪਲਾਈ ਕਰੀਏ y ਖਤਮ ਹੋ ਜੇ, dx ਹੈ ਨਾ, y ਨਹੀਂ ਚਾਹੀਦਾ ਆਪਾਂ ਨੂੰ। ਤਾਂ ਲੱਗ ਰਿਹਾ ਹੋਊਗਾ ਕਿ ਇੱਥੇ ਜਿਹੜਾ ਹੈਗਾ ਆ n ਆਪਾਂ 2 ਲਵਾਂਗੇ, ਫਿਰ ਕੀ ਬਣ ਜਾਏਗਾ, x ਸਕੁਅਰ y ਸਕੁਅਰ ਬਣ ਜਾਏਗਾ। ਫਿਰ ਜੋ ਮਲਟੀਪਲਾਈ ਕਰਾਂਗੇ ਤਾਂ y ਸਕੁਅਰ ਕੈਂਸਲ ਹੋ ਜਾਏਗਾ। ਬਾਕੀ ਕਰ ਲੈਣੇ ਆਪਾਂ, ਮਲਟੀਪਲਾਈ both side of 1 by इंटीग्रेटिव फैक्टर, जो मल्टीप्लाई किया कितना आ गया, x dy y dx अपॉन एक्स वाई स्केयर प्लस ये बन गया एक्स क्यू वाई स्केयर अपॉन एक्स स्केयर वाई स्केयर dx इक्वल टू 0। ये वाई स्केयर कैंसिल हो गया, एक्स ना एक्स कैंसिल हो गया जी। ਹੁਣ ਇਹ ਡੈਰੀਵੇਟਿਵ ਕਿਹਦਾ ਬਣੂਗਾ, ਪਿੱਛੇ ਕੀਤਾ ਸੀ ਆਪਾਂ ਨੇ, ਜਦ ਬਣਾ ਕੇ ਦੇਖ ਲਓ। ਇਹ ਡੈਰੀਵੇਟਿਵ ਬਣਾਇਆ ਸੀਗਾ ਆਪਾਂ ਨੇ 1/xy, ਜਦ ਬਣਾ ਲਓ ਇਹਦੀ ਪਾਵਰ 1 ਆਊਗੀ ਜੀ। ਅੱਗੇ ਕਿੰਨਾ ਹੋਊਗਾ ਆਪਾਂ ਚੈੱਕ ਕਰਾਂ, ਮੈਂ ਕਰਕੇ ਦਿਖਾ ਰਹਾ, ਦੇਖੋ ਲੱਗ ਜਾਊਗਾ ਪਤਾ। ਇਹ ਡੈਰੀਵੇਟਿਵ ਕਰਕੇ ਦੇਖ ਲਓ ਰਫ ਚ ਕਿ ਡੈਰੀਵੇਟਿਵ ਕੀਤਾ ਇਹਦਾ ਕਿੰਨਾ ਆਊਗਾ, xy ਦੀ ਪਾਵਰ -1 ਆ ਗਿਆ। ਇਹਦਾ x ਮੰਨ ਕੇ ਡੈਰੀਵੇਟਿਵ ਕੀਤਾ -1, xy ਦੀ ਪਾਵਰ -2। ਇਹਦਾ ਫੇਰ ਡੈਰੀਵੇਟਿਵ ਕਰਾਂਗੇ ਆਪਾਂ x dy y dx, ਤਾਂ ਕਿੰਨਾ ਆ ਗਿਆ, x dy y dx अपॉन xy ਦਾ ਸਕੁਅਰ। ਮੂਹਰੇ ਕੀ ਆ ਗਿਆ, ਮਾਈਨਸ। ਇਹ ਮਾਈਨਸ ਨਹੀਂ ਆਉਣਾ ਚਾਹੀਦਾ, ਮਾਈਨਸ ਤਾਂ ਹੈ ਨਹੀਂ ਇੱਥੇ, ਤਾਂ ਇੱਕ ਮਾਈਨਸ ਆਪਾਂ ਐਕਸਟਰਾ ਪਾ ਲਵਾਂਗੇ ਤਾਂ ਜੋ ਮੂਹਰੇ ਮਾਈਨਸ ਉਹਨੂੰ ਪਲੱਸ ਕਰ ਦੇਗਾ। ਤਾਂ ਇਹ ਡੈਰੀਵੇਟਿਵ ਬਣੂਗਾ, ਇਹ ਬਣਾ ਕੇ ਦੇਖ ਸਕਦੇ ਹਾਂ। ਇਹ ਕੀ ਬਣ ਗਿਆ ਆਪਣੇ ਕੋਲ, x dx। ਅੱਗੇ ਇਸ ਤੋਂ ਬਾਅਦ ਫਿਰ ਇੰਟੀਗ੍ਰੇਟ ਕਰ ਦਾਂਗੇ ਆਪਾਂ, ਇੰਟੀਗ੍ਰੇਟ ਬੋਥ ਸਾਈਡ, ਸਿੱਧੇ ਹੀ ਕਰ ਦੇਣਾ। ਇਹ ਡੈਰੀਵੇਟਿਵ ਇੰਟੀਗ੍ਰੇਸ਼ਨ ਕੈਂਸਲ ਹੋ ਗਏ, -1/xy ਇਹਦੀ ਆਊਗੀ x² by 2 ਇਜ਼ ਇਕੁਅਲ ਟੂ ਕਾਂਸਟੈਂਟ।
ये अपना आंसर है। ये टाइप सैकंड का क्वेश्चन सीगा। एक क्वेश्चन आप होर देख लेने टाइप थर्ड का। ये न्यूमेरिकल तो घट ही ने, दो थोड़िया एग्जाम्पल ने जी, एग्जाम्पल ट्राई कर लियो अपने आप। तो देखो ध्यान नाल जी, बाय इंस्पैक्शन जिहड़ा इंटीग्रेटिव फैक्टर हैगा ये 1/x² y² दी पावर 4 लैने। इत्थों देख के लिया, इहदी पावर वैसे n हुंदा, इहदे च पावर n हुंदा, पर इत्थों x टर्म कैंसल करनी है। जे पावर 4 होगी जी फिर आ टर्म सारी कैंसल हो जाएगी, तो मल्टीप्लाई इस तो बाद मल्टीप्लाई बोथ साइड बाय बोथ साइड ऑफ 1 बाय इंटीग्रेटिव फैक्टर, ये मल्टीप्लाई करता, ये आ गया x dx y dy बटा x² y² की पावर 4 प्लस देखो कट गया, एक्स टर्म सारी कैंसल हो गई। हुणे डेरिवेटिव किहदा बनूगा, ये आपां कीता हुणी, कुछ इदां दा बनेगा डेरिवेटिव ऑफ 1/x² प्लस y² दी क्यूब। अगे कितना होगा बना के दिखा रहा, देखो आप ही बन जाएगा जी। ये तुसीं डेरिवेटिव कर लो रफ च, कितना होगा x² y² दा -3 ऊपर ले गए, x मान के डेरिवेटिव कितना पहला होगा n अगे x की पावर n -1 4 आ गई। हुण इहदा डेरिवेटिव करांगे कितना होगा जी, 2x dx 2y dy कर लो, -6 आ गया बाहर मल्टीप्लाई करके, ये बन गया जी x dx y dy बटा x² प्लस y² की पावर 4, ये डेरिवेटिव बनया। ये टर्म तो है नहीं, देखो ये टर्म किवें कैंसल होगी, बाहर माइनस पा दो, क्यों, तो जो माइनस कैंसल हो जाए, तो अपॉन 6 पा दो, क्यों पाया 6, तो जो 6 भी कैंसल हो जाए, ये कट के 8 बन जाएगी। इस तो बाद इनू आप लिखांगे -1/6, ये डेरिवेटिव बन गया। यह सीधा ही आ गया, कलर dy आ गया, तो काम सौखा हो गया। फिर आप इंटीग्रेट बोथ साइड किया, तो -1/6 ये डेरिवेटिव की इंटीग्रेशन कैंसल होगी जी, 1 की इंटीग्रेशन y इक्वल टू c अपना आंसर है। चलो ठीक है जी, ये कुछ न्यूमेरिकल अपने वालों करवाने रहे हैं, न्यूमेरिकल बुक च न्यूमेरिकल बहुत घट ने, ये एग्जाम्पल कुछ ट्राई कर लियो, कोई प्रॉब्लम हुई तो पूछ लियो जी। थैंक यू।